ਤੁਹਾਡਾ ਸਾਰਿਆਂ ਦਾ ਅੱਜ ਸਵਾਗਤ ਹੈ ਜੀ। ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਸਾਰੇ ਦੇਸ਼ ਵਿੱਚ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦਾ ਵਿਦਰੋਹ, ਰੋਸ ਮੁਜ਼ਾਹਰੇ, ਧਰਨੇ ਔਰ ਬਹੁਤ ਜ਼ਿਆਦਾ ਆਕਰੋਸ਼, ਬਹੁਤ ਜ਼ਿਆਦਾ ਗਿਲਾ ਹੈ ਕਿਸਾਨਾਂ ਨੂੰ, ਜਿਹੜੇ ਆਮ ਜਨਤਾ ਹੈ, ਆਮ ਵੋਟਰ ਹੈ ਪੰਜਾਬ ਦਾ, ਕਿਉਂਕਿ ਪੰਜਾਬ ਦੀ ਕਿਸਾਨੀ ਦੇ ਨਾਲ ਸਾਰੀ ਆਰਥਿਕ ਵਿਵਸਥਾ ਜੁੜੀ ਹੋਈ, ਸਟੇਟ ਦੀ ਆੜਤੀਏ ਵੀ ਜੁੜੇ ਨੇ, ਉਹਦੇ ਨਾਲ ਲੇਬਰ ਜਮਾਤ ਵੀ ਜੁੜੀ ਹੋਈ ਆ। 20 ਲੱਖ ਦੇ ਕਰੀਬ ਕਿਸਾਨ ਪਰਿਵਾਰ ਜਿਹੜਾ ਪਹਿਲਾਂ ਹੀ 1 ਲੱਖ ਕਰੋੜ ਦਾ ਕਰਜ਼ਈ ਆ ਪੰਜਾਬ ਦਾ, ਜਿਹੜਾ ਐਡੇ ਵੱਡੇ ਪੱਧਰ ਤੇ ਪਹਿਲਾਂ ਹੀ ਆਤਮ ਹੱਤਿਆ ਕਰ ਰਿਹਾ ਸੀ, ਉਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਕਿ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ ਬੀਜੇਪੀ ਦੀ, ਮੋਦੀ ਸਾਹਿਬ ਦੀ ਸਰਕਾਰ ਨੇ। ਬਾਵਜੂਦ ਇੰਨੇ ਪ੍ਰੋਟੈਸਟ ਦੇ ਬੀਜੇਪੀ ਨੇ ਦੋਨਾਂ ਸਦਨਾਂ ਵਿੱਚ ਧੱਕੇ ਨਾਲ ਇਹ ਬਿੱਲ ਪਾਸ ਕੀਤੇ। ਸਾਰੀ ਆਪੋਜੀਸ਼ਨ ਇੱਕ ਪਾਸੇ ਖੜੀ ਹੈ, ਸਾਰੇ ਦੇਸ਼ ਦੇ ਕਿਸਾਨ ਇੱਕ ਪਾਸੇ ਖੜੇ ਆ, ਔਰ ਕੋਵਿਡ ਮਹਾਮਾਰੀ ਦੇ ਚਲਦਿਆਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਹੋਏ। ਲੇਕਿਨ ਇਹਦਾ ਬੜੇ ਦੁੱਖ ਦੀ ਗੱਲ ਹੈ ਕਿ ਬੀਜੇਪੀ ਦੇ ਔਰ ਇਹ ਉੱਤੋਂ ਫਿਰ ਕਹੀ ਜਾਂਦੇ ਨੇ ਕਿ ਇਹ ਤੁਹਾਡੇ ਹਿੱਤ ਦਾ ਕਾਨੂੰਨ ਹੈ, ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕਹਿ ਰਹੇ ਨੇ। ਸੋ ਇਸ ਲਈ ਅੱਜ ਜਿੱਥੇ ਅਸੀਂ ਹੋਰ ਗੱਲਾਂ ਕਰਨ ਜਾ ਰਹੇ ਹਾਂ, ਸਾਡੇ ਨਾਲ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ MLA ਮੌੜ ਔਰ ਸਰਦਾਰ ਪਿਰਮਲ ਸਿੰਘ ਖਾਲਸਾ MLA ਭਦੌੜ, ਔਰ ਸਾਡੇ 2 ਕੁਲੀਗਸ ਅੱਜ ਇੱਥੇ ਨਹੀਂ ਆ ਸਕੇ। ਕੰਵਰ ਸੰਧੂ ਜੀ ਜਿਹੜੇ MLA ਖਰੜ ਨੇ, ਉਹ ਕੁਝ 1.5 ਮਹੀਨੇ ਵਾਸਤੇ ਕੈਨੇਡਾ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਵਿੱਚ, ਅੱਜ ਉਹਨਾਂ ਦੀ ਫਲਾਈਟ ਹੈ। ਜਗਤਾਰ ਸਿੰਘ ਜੱਗਾ ਹਿੱਸੋਵਾਲ MLA ਰਾਏਕੋਟ, ਉਹਨਾਂ ਦੇ ਕੁਝ ਅੱਜ ਪਰਿਵਾਰਕ ਰੁਝੇਵੇਂ ਸੀ ਆਪਣੇ ਕਨਸਟੀਟੂਐਂਸੀ ਵਿੱਚ ਜਾਂ ਆਪਣੇ ਪਿੰਡ 'ਚ, ਇਸ ਕਰਕੇ ਨਹੀਂ ਆ ਸਕੇ। ਇੱਕ ਅਸੀਂ ਪੱਤਰ ਲਿਖਿਆ ਵਾ 5 MLAs ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ, ਔਰ ਉਹਦੀ ਕਾਪੀ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਨੂੰ। ਉਹਦੇ 'ਚ ਅਸੀਂ ਬਿਲਕੁਲ ਇੱਕ ਵਾਜਬ ਦਲੀਲ ਦਿੱਤੀ ਆ ਸਰਕਾਰ ਨੂੰ ਕਿ ਅੱਜ ਵੀ ਦੇਸ਼ ਦੇ ਵਿੱਚ 10 ਇਸ ਤਰ੍ਹਾਂ ਦੇ ਸੂਬੇ ਨੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਸਪੈਸ਼ਲ ਸਟੇਟਸ, ਵਿਸ਼ੇਸ਼ ਦਰਜਾ ਜਾਂ ਕੁਝ ਕਾਨੂੰਨਾਂ ਤੋਂ ਛੋਟ ਜਾਂ ਆਪਣੇ ਕਾਨੂੰਨ ਬਣਾਉਣ ਦਾ ਇੱਕ ਸਪੈਸ਼ਲ ਉਹਨਾਂ ਵਾਸਤੇ ਵਿਵਸਥਾ ਕੀਤੀ ਗਈ ਹੈ ਅੰਡਰ ਆਰਟੀਕਲ 371 ਆਫ ਦ ਕਨਸਟੀਟਿਊਸ਼ਨ, clause A, B, C up till J. It provides for special status oblique special ਜਿਹੜੇ ਸਹੂਲਤਾਂ ਨੇ ਸੂਬਿਆਂ ਨੂੰ, ਉਹ ਉਸ 10 ਸੂਬਿਆਂ ਵਿੱਚ ਪ੍ਰਧਾਨ ਮੰਤਰੀ ਦਾ ਆਪਣਾ ਸੂਬਾ ਗੁਜਰਾਤ ਵੀ ਹੈ, ਮਹਾਰਾਸ਼ਟਰ ਵੀ ਹੈ, ਗੋਆ ਵੀ ਹੈ, ਔਰ ਨਾਲ ਨਾਰਥ ਈਸਟ ਦੇ ਸਾਰੇ ਅਸਾਮ, ਸਿੱਕਮ, ਮਿਜ਼ੋਰਮ, ਮਨੀਪੁਰ ਐਟਸੈਟਰਾ। ਇਸ ਤੋਂ ਪਹਿਲਾਂ ਇਹਨਾਂ 10 ਰਾਜਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਆਰਟੀਕਲ 370 ਜਿਹੜੀ ਧਾਰਾ, ਜਿਹੜੀ ਪਿਛਲੇ ਸਾਲ ਰੱਦ ਕੀਤੀ ਬੀਜੇਪੀ ਨੇ, ਉਹਦੇ ਵਿੱਚ ਵੀ ਵਿਸ਼ੇਸ਼ ਦਰਜਾ ਸੀ ਜੰਮੂ ਕਸ਼ਮੀਰ ਨੂੰ। ਜਦੋਂ ਵੀ ਕੋਈ ਕਾਨੂੰਨ ਲੋਕ ਸਭਾ ਜਾਂ ਦੇਸ਼ ਦੇ ਵਿੱਚ ਕਾਨੂੰਨ ਬਣਦਾ ਸੀਗਾ, ਉਹਦੇ 'ਚ ਲਿਖਿਆ ਜਾਂਦਾ ਸੀਗਾ ਕਿ ਇਹ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ, ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਨਹੀਂ ਹੋਵੇਗਾ। ਇਹਦਾ ਮਤਲਬ ਇਹ ਆ ਕਿ ਸਾਡਾ ਸੰਵਿਧਾਨ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਦਿੰਦਾ ਵਾ ਕਿ ਅਗਰ ਕਿਸੇ ਸੂਬੇ ਦੇ ਲੋਕਾਂ ਨੂੰ ਲੱਗਦਾ ਕਿ ਇਹ ਕਾਨੂੰਨ ਸਾਡੇ ਹਿੱਤ ਵਿੱਚ ਨਹੀਂਗਾ, ਜਿੱਦਾਂ ਕਿ ਪੰਜਾਬ ਦੇ ਲੋਕਾਂ ਨੇ ਕੈਟੇਗੋਰਿਕਲੀ ਇਹ ਸਾਬਤ ਕਰ ਦਿੱਤਾ ਮੁਜ਼ਾਹਰੇ ਕਰਕੇ, ਧਰਨੇ ਕਰਕੇ, ਔਰ ਨਾਲ ਪੰਜਾਬ ਦੀ ਵਿਧਾਨ ਸਭਾ ਨੇ ਜਿਹੜਾ ਹੈਗਾ ਆਪਣਾ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਮਤਾ ਪਾਸ ਕਰ ਦਿੱਤਾ ਕਿ ਇਹ ਜਿਹੜੇ ਆਰਡੀਨੈਂਸ ਨੇ, ਉਸ ਵਕਤ 3 ਆਰਡੀਨੈਂਸ ਸੀ 28 ਅਗਸਤ ਨੂੰ, ਅਸੀਂ ਇਹਨਾਂ ਆਰਡੀਨੈਂਸਾਂ ਦੇ ਨਾਲ ਸਹਿਮਤ ਨਹੀਂ, ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ। ਜਦੋਂ ਪੰਜਾਬ ਦੀ ਵਿਧਾਨ ਸਭਾ ਦੇ 117 ਮੈਂਬਰਸ ਕੋਈ ਸਰਬਸੰਮਤੀ ਨਾਲ ਮਤਾ ਪਾਸ ਕਰਦੇ, ਸਮਝਿਆ ਜਾਂਦਾ ਵਾ ਕਿ 3.25 ਕਰੋੜ ਆਬਾਦੀ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੇ ਨੇ। ਇਸ ਕਰਕੇ ਜਦ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕਾਨੂੰਨ ਨਹੀਂ ਚਾਹੀਦਾ, ਤਾਂ ਆਰਟੀਕਲ 371 ਆਫ ਦ ਕਨਸਟੀਟਿਊਸ਼ਨ clear cut provides for such special ਜਿਹੜੀਆਂ ਸਹੂਲਤਾਂ ਸਟੇਟਸ ਨੂੰ। देयरफॉर ਅਸੀਂ ਇਸ ਚਿੱਠੀ ਵਿੱਚ ਜਿਹੜੀ ਕਿ ਤੁਹਾਨੂੰ ਈਮੇਲ ਤੇ ਭੇਜ ਦਿੱਤੀ ਹੈ ਸਾਰੇ ਮੀਡੀਆ ਨੂੰ,
ਅਸੀਂ ਇਹਦੇ ਵਿੱਚ ਮੰਗ ਕੀਤੀ ਆ ਕਿ ਤੁਸੀਂ ਬੀਜੇਪੀ ਤੇ ਪ੍ਰਧਾਨ ਮੰਤਰੀ ਸਾਹਿਬ ਅਗਰ ਵਜ਼ਾਹਤ ਕਰ ਰਹੇ ਨੇ ਕਿ ਇਹ ਦੇਸ਼ ਦੇ ਕਿਸਾਨਾਂ ਲਈ ਬਹੁਤ ਅੱਛਾ ਕਾਨੂੰਨ ਆ, ਉਹ ਤੁਹਾਨੂੰ ਵਧਾਈ ਆ, ਤੁਹਾਨੂੰ ਮੁਬਾਰਕ ਆ, ਤੁਸੀਂ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ ਜਿਹੜੇ ਸੂਬੇ ਨਹੀਂ ਇਤਰਾਜ਼ ਕਰਦੇ। ਪਰ ਸਾਡਾ ਸੂਬਾ ਪੰਜਾਬ ਇਹਦੇ ਤੇ ਸਖਤ ਖਿਲਾਫ ਆ, ਇਹਦਾ ਸਖਤ ਇਤਰਾਜ਼ ਕਰਦਾ ਵਾ। ਇਸ ਲਈ ਇਸ ਕਾਨੂੰਨ ਨੂੰ ਸਾਡੇ ਸੂਬੇ ਦੇ ਉੱਤੇ ਨਾ ਲਾਗੂ ਕੀਤਾ ਜਾਵੇ। ਇਹ ਕੋਈ ਅਸੀਂ ਗੈਰ ਵਾਜਬ ਗੱਲ ਨਹੀਂ ਕਰ ਰਹੇ। ਇਸ ਦੇਸ਼ ਦੇ ਇੱਕ ਸੰਵਿਧਾਨ ਦਾ ਹੀ ਆਰਟੀਕਲ 371 ਦਾ ਵੇਰਵਾ ਦੇ ਕੇ ਜਿਹੜੇ ਪਹਿਲਾਂ ਸੂਬਿਆਂ ਨੂੰ ਸਹੂਲਤਾਂ ਦਿੱਤੀਆਂ ਉਹੀ ਅਸੀਂ ਕੇਵਲ ਮੰਗ ਰਹੇ। ਔਰ ਨਾਲ ਅਸੀਂ ਸਾਰੇ ਸਮਝਦੇ ਹਾਂ ਕਿ ਇਹ ਕਾਨੂੰਨ ਜਿੱਥੇ ਕਿਸਾਨਾਂ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਮੌਤ ਦੇ ਵਾਰੰਟ ਨੇ, ਉੱਥੇ ਨਾਲ ਸੂਬਿਆਂ ਦੇ ਅਧਿਕਾਰ ਦੇ ਉੱਤੇ ਬਹੁਤ ਵੱਡਾ ਡਾਕਾ ਵਾ। ਜਿੱਦਾਂ ਪਹਿਲਾਂ ਇਹਨਾਂ ਨੇ ਬਿੱਲ ਪਾਸ ਕਰਤਾ ਉਸ ਵਕਤ ਕਿ ਵਨ ਨੇਸ਼ਨ ਵਨ ਟੈਕਸ GST ਪਾਸ ਕਰ ਦਿੱਤਾ। ਵਿਧਾਨ ਸਭਾ ਵਿੱਚ ਸਾਡੇ MLA ਸਾਹਿਬ ਨੇ, ਕਮਰ ਸੰਧੂ ਨੇ ਸਪੈਸ਼ਲੀ ਬਹੁਤ ਰੋਕਿਆ, ਪਰ ਉਸ ਵੇਲੇ ਕਾਂਗਰਸ ਦੇ ਚੀਫ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਦੇ ਉੱਤੇ ਜਿੱਦਾਂ ਕਹਿੰਦੇ ਹੋ ਕਿ ਉਹਨਾਂ ਨੂੰ ਪਤਾ ਨਹੀਂ ਕੀ ਸੁਗਾਇਆ ਗਿਆ ਸੀਗਾ। ਉਹ ਕਹਿੰਦੇ ਜੀ ਇਹ ਤਾਂ ਦੇਸ਼ ਦੇ ਵਿੱਚ ਇਤਿਹਾਸਿਕ ਮੌਕੇ ਕਦੀ ਆਉਂਦੇ ਨੇ, ਤੇ ਹੁਣ ਅਸੀਂ ਮੰਗਤਿਆਂ ਵਾਂਗੂ ਆਪਣਾ ਜਿਹੜਾ GST ਜਿਹੜਾ ਪੰਜਾਬ ਦਾ ਵਿੱਤੀ ਅਧਿਕਾਰ ਸੀਗਾ ਉਹ ਕੇਂਦਰ ਦੇ ਕੋਲੋਂ ਜਾ ਕੇ ਮੰਗਦੇ। ਅੱਜ ਵੀ ਸ਼ਾਇਦ 6500 ਕਰੋੜ ਰੁਪਈਆ ਬੀਜੇਪੀ ਦੀ ਸਰਕਾਰ ਨੇ ਸਾਡੇ GST ਦਾ ਬਕਾਇਆ ਮਾਰਿਆ ਹੋਇਆ ਵਾ। ਇਸ ਲਈ ਸਾਡੇ ਵਿੱਤੀ ਅਧਿਕਾਰਾਂ ਦੇ ਉੱਤੇ ਵੱਡਾ ਡਾਕਾ ਵੱਜਿਆ। ਅੱਜ ਪੰਜਾਬ ਦੇ ਦੂਸਰੇ ਸੂਬੇ ਅੰਗਰੇਜ਼ੀ 'ਚ ਕਹਿੰਦੇ ਨੇ ਗਲੋਰੀਫਾਈਡ ਮਿਊਨਿਸਪੈਲਿਟੀਆਂ ਬਣ ਕੇ ਰਹਿ ਗਏ ਨੇ। ਸਾਡੇ ਕੋਲ ਕੋਈ ਅਧਿਕਾਰ ਨਹੀਂਗਾ, ਅਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ, ਕੋਈ ਟੈਕਸ ਨਹੀਂ ਲਾ ਸਕਦੇ। ਜਿੱਦਾਂ ਵਨ ਨੇਸ਼ਨ ਵਨ ਟੈਕਸ ਦੀ ਥਿਉਰੀ ਕੀਤੀ, ਹੁਣ ਕਹਿੰਦੇ ਇੱਕ ਦੇਸ਼ ਇੱਕ ਮੰਡੀ ਔਰ APMC ਐਕਟ ਨੂੰ ਅਬੋਲਿਸ਼ ਕਰਕੇ ਜਿਹੜਾ ਸਾਡੇ ਪੰਜਾਬ ਦਾ ਲਗਭਗ 4000 ਕਰੋੜ ਰੁਪਏ ਦਾ ਵੱਡਾ ਨੁਕਸਾਨ ਕਰਨ ਜਾ ਰਹੀ ਹੈ ਬੀਜੇਪੀ ਦੀ ਸਰਕਾਰ। ਦੇਣਾ ਤਾਂ ਸਾਨੂੰ ਕੀ ਆ, ਸਾਡਾ 6500 ਕਰੋੜ ਰੁਪਇਆ GST ਦਾ ਤਾਂ ਕੀ ਦੇਣਾ ਸੀਗਾ। ਉਲਟਾ ਸਾਡਾ 4000 ਕਰੋੜ ਜਿਹੜਾ ਹਰ ਸਾਲ ਕਣਕ ਤੇ ਝੋਨੇ ਦੀ ਖਰੀਦ ਤੋਂ ਮਿਨੀਮਮ ਸਪੋਰਟ ਪ੍ਰਾਈਸ ਤੋਂ ਉਤਪੰਨ ਹੁੰਦਾ ਸੀ, 3% ਮਾਰਕੀਟ ਕਮੇਟੀ ਫੀਸ, 3% ਰੂਰਲ ਡਿਵੈਲਪਮੈਂਟ ਫੀਸ, ਉਹ ਸਾਰਾ ਜਿਹੜਾ ਹੈਗਾ ਉਹ ਪ੍ਰਾਈਵੇਟਾਈਜੇਸ਼ਨ ਨਾਲ APMC ਐਕਟ ਦੀ ਅਬੋਲਿਸ਼ਨ ਦੇ ਨਾਲ ਉਹ ਪੰਜਾਬ ਸਰਕਾਰ ਦੇ ਮੰਡੀ ਬੋਰਡ ਦੀ ਸਾਲਾਨਾ ਆਮਦਨ ਖਤਮ ਹੋ ਜਾਏਗੀ। ਔਰ ਉਸ ਪੈਸੇ ਨਾਲ ਸਾਡਾ ਜਿਹੜਾ 65000 ਕਿਲੋਮੀਟਰ ਪੇਂਡੂ ਸੜਕਾਂ ਦਾ ਨੈਟਵਰਕ ਸੀਗਾ, ਜਿਹੜੇ ਪਹਿਲਾਂ ਹੀ ਟੁੱਟੀਆਂ ਪਈਆਂ ਨੇ, ਉਹ ਹੋਰ ਟੁੱਟ ਜਾਣਗੀਆਂ, ਪੈਸਾ ਨਹੀਂ ਹੋਏਗਾ। ਪੰਜਾਬ 2.5 ਲੱਖ ਕਰੋੜ ਦੀ ਸਟੇਟ ਪਹਿਲਾਂ ਹੀ ਕਰਜ਼ਈ ਹੈ। ਇਸ ਲਈ ਸਾਡੀ ਇਹ ਫਰਿਆਦ ਹੈ। ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੇ ਕਿ ਤੁਸੀਂ ਵੀ ਆਰਟੀਕਲ 371 ਦਾ ਵੇਰਵਾ ਦੇ ਕੇ ਤੇ ਪ੍ਰਧਾਨ ਮੰਤਰੀ ਸਾਹਿਬ ਤੇ ਬੀਜੇਪੀ ਨੂੰ ਕੋਸ਼ਿਸ਼ ਕਰੋ ਜੇ ਮੰਨ ਜਾਣ ਚੰਗੇ ਤਰੀਕੇ ਨਾਲ। ਦੂਸਰਾ ਕਿ ਜਿੱਦਾਂ ਦਾ ਰਵੱਈਆ ਦੇਖ ਰਿਹਾ ਸੀ ਬੀਜੇਪੀ ਦਾ, ਬਜ਼ਿੱਦ ਔਰ ਬਹੁਤ ਅਖੜ ਰਵੱਈਆ। ਹਾਲਾਂਕਿ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਅਸੂਲ ਹੈ ਕਿ ਸਰਕਾਰਾਂ ਉਹ ਕੰਮ ਕਰਨਗੀਆਂ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੋਵੇਗਾ। ਇਹ ਕੋਈ ਤਾਨਾਸ਼ਾਹੀ ਤਾਂ ਹੈ ਨਹੀਂ, ਡਿਕਟੇਟਰਸ਼ਿਪ ਤਾਂ ਹੈ ਨਹੀਂ ਮੋਦੀ ਸਾਹਿਬ ਦੀ ਕਿ ਜੇ ਤੁਹਾਨੂੰ ਫਰਜ਼ ਕਰੋ 303 ਮੈਂਬਰ ਪਾਰਲੀਮੈਂਟ ਦੇਤੇ ਆ, ਤੁਹਾਨੂੰ ਮੈਜੋਰਿਟੀ ਦੇਤੀ ਆ, ਤੇ ਤੁਸੀਂ 303 ਬੰਦੇ ਹੀ ਸਾਰੇ ਦੇਸ਼ ਦੇ ਕਰੋੜਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਰੋਂਦਦੇ ਹੋ, ਉਹਨਾਂ ਦੇ ਖਿਲਾਫ ਕਾਨੂੰਨ ਬਣਾਓ। ਇਹ ਅਧਿਕਾਰ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਸੀ। ਇਸ ਲਈ ਜਦੋਂ ਹੁਣ ਕੋਈ ਹੋਰ ਰਾਹ ਬਚ ਹੀ ਨਹੀਂ ਰਿਹਾ, ਪਾਰਲੀਮੈਂਟ ਵਿੱਚ ਸਾਰੀਆਂ ਪਾਰਟੀਆਂ ਨੇ ਬਾਇਕਾਟ ਕਰਤਾ। ਅੱਜ ਹੁਣੇ ਅਲਰਟ ਆਇਆ ਰਾਜ ਸਭਾ ਵਿੱਚ, ਸਭ ਕੁਝ ਦੇਖ ਲਿਆ, ਧਰਨੇ ਵੀ ਮਾਰ ਕੇ ਦੇਖ ਲਏ। ਜਦੋਂ ਨਹੀਂ ਕੋਈ ਰਾਹ ਹੈਗਾ ਤਾਂ ਸਾਡੀ ਸਾਰੇ MLA ਸਾਹਿਬ ਦੀ ਔਰ ਸਾਰੇ ਪੰਜਾਬ ਦੇ ਲੋਕਾਂ ਦੀ ਇੱਕ ਬੇਨਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇੱਕ ਵਾਰ ਫਿਰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਵਾ ਔਰ ਇਸ ਐਂਟੀ ਫਾਰਮਰ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰ ਦੇਣਾ ਚਾਹੀਦਾ ਵਾ। ਔਰ ਇਹ ਰੱਦ ਕੀਤੇ ਜਾ ਸਕਦੇ ਨੇ ਕਿਉਂਕਿ ਜਿਹੜਾ ਐਗਰੀਕਲਚਰ ਮਾਰਕੀਟਿੰਗ ਹੈ, ਜਿਹੜੇ ਸਾਡੇ ਤੇ ਕਾਨੂੰਨ ਥੋਪੇ ਜਾ ਰਹੇ ਨੇ, ਇਹ ਬੇਸਿਕਲੀ ਸਟੇਟ ਸਬਜੈਕਟ ਹੈ, ਇਹ ਸੈਂਟਰਲ ਸਬਜੈਕਟ ਨਹੀਂਗਾ, ਇਹ ਕੰਕਰੈਂਟ ਲਿਸਟ ਤੇ ਵੀ ਨਹੀਂਗਾ, ਇਹ ਪਿਓਰਲੀ ਸਟੇਟ ਸਬਜੈਕਟ ਹੈ। ਇਸ ਲਈ ਸਾਡੇ ਇਨਫੈਕਟ ਅਨਕਨਸਟੀਟਿਊਸ਼ਨਲ ਕਦਮ ਉਠਾ ਕੇ ਸਾਡੇ ਜ਼ਬਰਦਸਤੀ ਇਹ ਕਾਨੂੰਨ ਜਿਹੜਾ ਥੋਪਿਆ ਜਾ ਰਿਹਾ ਵਾ, ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਸਰਕਾਰ ਇਹ ਸੈਸ਼ਨ ਬੁਲਾਵੇਗੀ ਔਰ ਸਰਬਸੰਮਤੀ ਦੇ ਨਾਲ ਸਾਰੀਆਂ ਪਾਰਟੀਆਂ ਦਾ ਸਾਥ ਲੈ ਕੇ ਔਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ। ਪਹਿਲਾਂ ਇਸ ਤਰ੍ਹਾਂ ਕਾਵੇਰੀ ਵਾਟਰਸ ਤੇ ਕਰਨਾਟਕਾ ਤੇ ਤਾਮਿਲਨਾਡੂ ਦੇ ਵਿੱਚ ਜਦੋਂ ਬਹੁਤ ਵੱਡਾ ਵਿਵਾਦ ਉੱਠਿਆ ਪਾਣੀਆਂ ਤੇ, ਕਰਨਾਟਕਾ ਦੀ ਅਸੈਂਬਲੀ ਨੂੰ
ਕਰਨਾਟਕਾ ਸਰਕਾਰ ਨੂੰ ਜਦੋਂ ਸੁਪਰੀਮ ਕੋਰਟ ਦੁਬਾਰਾ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਇੰਨੇ ਕਿਊਸਿਕ ਪਾਣੀ 10,000 ਕਿਊਸਿਕ ਪਾਣੀ ਤੁਸੀਂ ਤਾਮਿਲਨਾਡੂ ਨੂੰ ਦੇ ਦਿਓ, ਤੇ ਕਰਨਾਟਕਾ ਨੇ ਕਿਹਾ ਕਿ ਸਾਡੇ ਕੋਲ ਤਾਂ ਪਾਣੀ ਹੈ ਹੀ ਨਹੀਂਗਾ, ਸਾਡੇ ਕੋਲ ਇਸ ਤਰ੍ਹਾਂ ਦੇ ਸਾਧਨ ਨਹੀਂ। ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸੁਪਰੀਮ ਕੋਰਟ ਦੇ ਦਿੱਤੇ ਹੋਏ ਆਦੇਸ਼ਾਂ ਨੂੰ, ਹੁਕਮਾਂ ਨੂੰ ਰੱਦ ਕਰ ਦਿੱਤਾ ਸੀਗਾ, ਕਿਉਂਕਿ ਅਸੈਂਬਲੀਆਂ ਉਹ ਸੂਬੇ ਦੀਆਂ ਆਟੋਨੋਮਸ ਬਾਡੀਜ਼ ਨੇ। ਜੇ ਲੋਕ ਸਭਾ ਆਟੋਨੋਮਸ ਬਾਡੀ ਹੈ ਤੇ ਪੰਜਾਬ ਵਿਧਾਨ ਸਭਾ ਵੀ ਉੱਡੀ ਹੀ ਤਾਕਤਵਰ ਆਟੋਨੋਮਸ ਬਾਡੀ ਹੈ। ਇਸ ਲਈ ਸਾਨੂੰ ਇਹ ਕਾਨੂੰਨ ਨੂੰ ਉੱਥੇ ਬੁਲਾ ਕੇ ਰੱਦ ਕਰਨਾ ਚਾਹੀਦਾ। ਨਾਲ ਮੈਂ ਕਹਿਣਾ ਚਾਹੁੰਦਾ ਦੇਸ਼ ਤੇ ਰਾਜ ਕਰਨ ਵਾਲੇ ਹਾਕਮ ਪਾਰਟੀਆਂ ਨੂੰ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਪੰਜਾਬ ਦੇ ਵਿੱਚ ਪਹਿਲਾਂ ਹੀ ਨੌਜਵਾਨ ਬਹੁਤ ਵੱਡੇ ਪੱਧਰ ਤੇ ਬਾਗੀ ਹੋ ਚੁੱਕੇ ਨੇ, ਵਿਦੇਸ਼ਾਂ ਨੂੰ ਭੱਜ ਰਹੇ ਨੇ, ਨਸ਼ਿਆਂ ਵਿੱਚ ਜਾ ਰਹੇ ਨੇ, ਆਤਮ ਹੱਤਿਆ ਕਰ ਰਹੇ ਨੇ। ਤੁਸੀਂ ਪੰਜਾਬ ਦੀ ਬਾਰਡਰ ਸਟੇਟ ਵਿੱਚ ਜਾਣ ਬੁੱਝ ਕੇ ਅੱਗ ਲਾ ਰਹੇ ਹੋ, ਔਰ ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਰੂੰਗਾ ਮੈਂ ਕਿ ਅਗਰ ਇਸੇ ਤਰ੍ਹਾਂ ਹੀ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਜਜ਼ਬਾਤਾਂ ਨੂੰ ਰੋਂਦਦੇ ਰਹੇ ਔਰ ਉਹਨਾਂ ਨੂੰ ਚੜਾਉਂਦੇ ਰਹੇ, ਉਹਨਾਂ ਨੂੰ ਟਿਚਰਾ ਕਰਦੇ ਰਹੇ ਔਰ ਕਾਲੇ ਕਾਨੂੰਨ ਬਣਾ ਕੇ ਉਹਨਾਂ ਦੇ ਮੌਤ ਦੇ ਵਾਰੰਟ ਭੇਜਦੇ ਰਹੇ, ਪੰਜਾਬ ਦੇ ਵਿੱਚ ਮਿਲੀਟੈਂਸੀ ਜਾਂ ਪੰਜਾਬ ਦੇ ਵਿੱਚ ਉਹ ਕਾਲੇ ਦਿਨਾਂ ਦਾ ਦੌਰ ਦੁਬਾਰਾ ਅਗਰ ਆਵੇਗਾ ਤੇ ਕੇਂਦਰ ਦੀ ਸਰਕਾਰ ਇਸ ਲਈ ਭਲੀ ਭਾਂਤ ਜ਼ਿੰਮੇਵਾਰ ਹੋਵੇ। ਇਹ ਮੈਂ ਇੱਕ ਕਿਸਮ ਦਾ ਇਸ ਨੂੰ ਸਲਾਹ ਕਹਿ ਲਓ, ਇਸ ਨੂੰ ਇਸ਼ਾਰਾ ਕਹਿ ਲਓ, ਇਸ ਨੂੰ ਵਾਰਨਿੰਗ ਕਹਿ ਲਓ। ਪੰਜਾਬ has not only been economically wrecked, politically raped, socially marginalized, ਤਾਂ ਜੇ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਬਣਾਓਗੇ ਜਿਹੜੇ ਸਾਡੇ ਜਿਹੜਾ ਆਰਥਿਕ ਕੰਗਾਲੀ ਲੈ ਕੇ ਆਵੇਗਾ ਔਰ ਸਾਡੇ ਨੌਜਵਾਨਾਂ ਨੂੰ ਹੋਰ ਧੱਕੇਗਾ, ਤਾਂ ਇਹ ਪੰਜਾਬ ਦੇ ਅਗਰ ਵਾਤਾਵਰਣ ਖਰਾਬ ਹੋਵੇਗਾ, ਇਹਦੇ ਵਾਸਤੇ ਸਿੱਧਾ ਕੇਂਦਰ ਦੀ ਸਰਕਾਰ ਤੇ ਕੇਂਦਰ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਇਸ ਤੋਂ ਪਹਿਲਾਂ ਕਿ ਮੈਂ ਮਾਈਕ ਜਗਦੇਵ ਸਿੰਘ ਨੂੰ ਦਿਆਂ, ਸ਼੍ਰੋਮਣੀ ਅਕਾਲੀ ਦਲ ਦੋਗਲੀ ਨੀਤੀ ਦਾ ਸ਼ਿਕਾਰ ਹੋ ਰਹੇ ਨੇ। ਪਹਿਲਾਂ ਇਹਦਾ ਵਿਰੋਧ ਕਰਦੇ ਰਹੇ, ਪਹਿਲਾਂ ਆਰਡੀਨੈਂਸਸ ਦੀ ਸਪੋਰਟ ਕਰਦੇ ਰਹੇ, ਖੁੱਲ੍ਹ ਕੇ ਉਹਦੀ ਵਜ਼ਾਹਤ ਕਰਦੇ ਰਹੇ। ਹੁਣ ਦੇਖਿਆ ਪੰਜਾਬ ਦੇ ਵਿੱਚ ਕਿ ਸਾਡੇ ਘਰ ਤੱਕ ਸੇਕ ਪਹੁੰਚ ਗਿਆ, ਬਾਦਲ ਪਿੰਡ ਧਰਨਾ ਲੱਗ ਗਿਆ, ਕਿਸਾਨ ਖੜੇ ਹੋ ਗਏ ਨੇ। ਹੁਣ ਲੋਕਾਂ ਦੀ ਅੱਖੀ ਘੱਟਾ ਪਾਉਣ ਵਾਸਤੇ ਇੱਕ ਅਸਤੀਫਾ ਦੇ ਦਿੱਤਾ, ਡਰਾਮੇਬਾਜ਼ੀ ਕੀਤੀ। ਜਦ ਕਿ ਮਨੋਰੰਜਨ ਕਾਲੀਆ ਬੀਜੇਪੀ ਲੀਡਰ ਦੀ ਇੰਟਰਵਿਊ ਮੈਂ ਸੁਣੀ, ਉਹ ਕਹਿੰਦੇ ਸਾਡੀ ਕੋਰ ਕਮੇਟੀ ਬੀਜੇਪੀ ਔਰ ਅਕਾਲੀ ਦਲ ਦੀ ਸਾਂਝੀ ਮੀਟਿੰਗ ਹੋਈ ਔਰ ਸਿਰਫ ਸੁਖਬੀਰ ਸਿੰਘ ਬਾਦਲ ਨੇ ਐਮਐਸਪੀ ਦਾ ਮਸਲਾ ਉਠਾਇਆ ਸੀ ਤੇ ਐਗਰੀਕਲਚਰ ਮਿਨਿਸਟਰ ਨੇ ਚਿੱਠੀ ਲਿਖ ਕੇ ਭੇਜਤੀ ਕਿ ਐਮਐਸਪੀ ਨਹੀਂ ਹਟਾਈ ਜਾਵੇਗੀ। ਇੰਨੀ ਗੱਲ ਕਹੇ ਕਿ ਸੁਖਬੀਰ ਸਿੰਘ ਕਹਿੰਦੇ ਸਾਡੇ ਨਾਲ ਸਹਿਮਤ ਸੀਗੇ ਔਰ ਸਹਿਮਤ ਰਹੇ ਅਖੀਰ ਤੱਕ। ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਅੱਗ ਲੱਗ ਗਈ ਹੈ, ਪੰਜਾਬ ਦੇ ਲੋਕ ਬਗਾਵਤ ਤੇ ਉਤਰ ਆਏ ਨੇ, ਹੁਣ ਅਸਤੀਫਾ ਦਿੱਤਾ। ਅਗਰ ਉਹ ਜੈਨੂਅਨਲੀ ਕੰਸਰਨ ਨੇ ਪੰਜਾਬ ਲਈ, ਤਾਂ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਇਹ ਅਨਹੋਲੀ ਅਲਾਈਅੰਸ ਵੀ ਤੋੜ ਦੇਣਾ ਚਾਹੀਦਾ ਹੈ। ਦੇयर इज नो अदर ऑप्शन, they should just break it straight away because this is nothing but a marriage of convenience now. It is a shared alliance of opportunism ਕਿ ਸਾਡੀ ਬਣਦੀ ਵੀ ਹੈ ਨਹੀਂ ਗੀ ਲੇਕਿਨ ਅਸੀਂ ਇਕੱਠੇ ਰਵਾਂਗੇ ਵੀ। ਇਹ ਗਲਤ ਉਹਨਾਂ ਦੀ ਨੀਤੀ ਜਿਹੜੀ ਆ ਔਰ ਉਹਦਾ ਖਮਿਆਜ਼ਾ ਅੱਜ ਅਕਾਲੀ ਦਲ ਨੂੰ ਮਿਲ ਰਿਹਾ। ਉਹ ਕਦੀ ਰਾਸ਼ਟਰਪਤੀ ਕੋਲ ਜਾਂਦੇ ਨੇ, ਕਦੀ ਕੋਈ ਹੋਰ ਡਰਾਮੇਬਾਜ਼ੀ ਕਰਦੇ ਨੇ, ਕਦੀ ਗਵਰਨਰ ਕੋਲ ਜਾਂਦੇ ਨੇ। ਇਹਦੇ ਨਾਲੋਂ ਬਿਹਤਰ ਆ ਕਿ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਤੋੜ ਕੇ ਜ਼ਮੀਨ ਤੇ ਉਤਰ ਕੇ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਹਮਾਇਤ ਕੀਤੀ ਜਾਵੇ। ਅੱਜ ਇਹ ਸਾਡਾ ਇਸ਼ੂ ਸੀਗਾ। ਮੈਂ ਹੁਣ ਬੇਨਤੀ ਕਰੂੰਗਾ ਐਮਐਲਏ ਸਾਹਿਬ ਨੂੰ ਕਿ ਉਹ ਆਪਣੀ ਗੱਲ ਕਹਿਣ। ਦੋਸਤੋ, ਵੈਸੇ ਤਾਂ ਗੱਲ ਸਾਰੀ ਖਹਿਰਾ ਸਾਹਿਬ ਨੇ ਬੜੀ ਕਰ ਦਿਓ ਉਹਨਾਂ ਦੀ ਡਿਟੇਲ 'ਚ ਦੱਸਦੀ, ਪਰ ਬੜੇ ਦੁੱਖ ਦੀ ਗੱਲ ਹੈ ਕਿ ਕਾਲੇ ਕਾਨੂੰਨ ਬਣਾ ਕੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਪਹਿਲਾਂ ਹੀ ਕਰਜ਼ਈ ਹੈ, ਖੁਦਕੁਸ਼ੀਆਂ ਵੱਲ ਦੇ ਰਾਹ ਤੁਰਿਆ ਹੋਇਆ ਹੈ, ਤੇ ਜੇ ਇਹੋ ਜਿਹੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਬਰਬਾਦ ਕੀਤਾ ਜਾਂਦਾ ਹੈ ਤਾਂ ਇੱਕ ਨਾ ਇੱਕ ਦਿਨ ਕਿਸਾਨ ਜਾਂ ਪੰਜਾਬ ਦੇ ਲੋਕ ਇਸ ਜਦੋਜਹਿਦ 'ਚ ਕੁੱਦ ਕੇ ਬਹੁਤ ਸਾਰੇ ਫੈਸਲੇ ਲੈ ਕੇ ਇਸ ਕਾਨੂੰਨ ਨੂੰ ਰੱਦ ਕਰਾਉਣਗੇ। ਤੇ ਦੂਜੀ ਗੱਲ ਇਹ ਹੈ ਕਿ ਮੈਂ ਧੰਨਵਾਦ ਕਰਦਾ ਉਹਨਾਂ ਕਿਸਾਨ ਜਥੇਬੰਦੀਆਂ ਦਾ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹੋ ਜਿਹੇ ਕਾਲੇ ਕਾਨੂੰਨਾਂ ਵਿਰੁੱਧ ਤੇ ਕਿਸਾਨ ਹੱਕੀ ਮੰਗਾਂ ਵਿਰੁੱਧ ਲੜਨਾ ਚਾਹੀਦਾ ਹੈ। ਪਰ ਅੱਜ ਬੜੇ ਇਸ ਗੱਲ ਦਾ ਧੰਨਵਾਦ ਕਰਦਾ ਮੈਂ ਸਾਰੀਆਂ ਕਿਸਾਨ ਯੂਨੀਅਨਾਂ ਦਾ, ਸਾਰੀਆਂ ਕਿਸਾਨ ਜਥੇਬੰਦੀਆਂ ਦਾ, ਜਿਨ੍ਹਾਂ 30-31 ਜਥੇਬੰਦੀਆਂ ਇੱਕ ਪਲੇਟਫਾਰਮ ਤੇ
ਇਕੱਠੀਆਂ ਹੋ ਕੇ ਕਿਸਾਨਾਂ ਦੀ ਹਮਦਰਦੀ ਵਜੋਂ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦੀਆਂ ਤੇ ਮੈਂ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਤੇ 25 ਤਰੀਕ ਨੂੰ ਜਿਹੜਾ ਕਿਸਾਨ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਬੰਦ ਦਾ ਤੇ ਅਸੀਂ ਉਸ ਦਾ ਸਮਰਥਨ ਕਰਦੇ ਹਾਂ ਤੇ ਮੈਂ ਬੇਨਤੀ ਕਰਦਾ ਫਿਰ ਸੈਂਟਰ ਸਰਕਾਰ ਨੂੰ ਕਿ ਇਹੋ ਜਿਹੇ ਕਾਲੇ ਕਾਨੂੰਨ ਵਾਪਸ ਲੈ ਲਓ, ਨਹੀਂ ਤਾਂ ਫਿਰ ਪੰਜਾਬ 'ਚ ਜਿਵੇਂ 84 'ਚ ਅੱਗ ਚੱਲੀ ਸੀ ਸ਼ਾਇਦ ਉਹੋ ਜਿਹਾ ਮਾਹੌਲ ਨਾ ਬਣ ਜੇ, ਕਿਉਂਕਿ ਜਿਹੜੇ ਕਿਸਾਨ ਹੈ ਉਹ ਪਹਿਲੇ ਹੀ ਬੜੇ ਵਿਚਾਰੇ ਔਖੇ ਆ, ਬੜੇ ਪੀੜਤ ਹੈ ਤੇ ਉਹ ਇਹੋ ਜਿਹੇ ਫੈਸਲੇ ਲੈਣ ਤੋਂ ਗੁਰੇਜ਼ ਨਹੀਂ ਕਰਨਗੇ, ਉਹ ਇੱਕ ਪਾਸਾ ਜਿਹੜਾ ਕਰਕੇ ਹਟਣਗੇ। ਇਸ ਲਈ ਮੈਂ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਫਿਰ ਇੱਥੋਂ ਸਾਰੀ ਸੈਂਟਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਜਿਵੇਂ ਖਹਿਰਾ ਸਾਹਿਬ ਨੇ ਆਖਿਆ ਵੀ ਵਿਸ਼ੇਸ਼ ਸੈਸ਼ਨ ਬੁਲਾ ਕੇ ਜਿਹੜਾ ਕਾਨੂੰਨ ਹੈ ਇਹਨੂੰ ਰੱਦ ਕਰਨ ਤੇ ਸੈਂਟਰ ਸਰਕਾਰ ਇਹ ਕਾਨੂੰਨ ਨੂੰ ਆਰਡੀਨੈਂਸਾਂ ਵਾਲੇ ਫੈਸਲੇ ਨੂੰ ਵਾਪਸ ਲਵੇ ਤਾਂ ਜੋ ਸਾਡੇ ਕਿਸਾਨ ਵਧੀਆ ਬਿਹਤਰ ਜ਼ਿੰਦਗੀ ਦੇਖ ਸਕਣ। ਕਿਉਂਕਿ ਜਦੋਂ ਦੇਸ਼ ਭੁੱਖਾ ਬੈਠਾ ਸੀ ਉਦੋਂ ਸਾਡੇ ਪੰਜਾਬ ਨੇ ਸਾਰੇ ਦੇਸ਼ ਨੂੰ ਰਜਾਇਆ, ਸਾਡੇ ਸਾਰੇ ਦੇਸ਼ ਨੂੰ ਅੰਨ ਮੁਹੱਈਆ ਕਰਾਇਆ ਤੇ ਅੱਜ ਜਦੋਂ ਅਨਾਜ ਭੰਡਾਰ ਉਹਨਾਂ ਮਿਹਨਤੀ ਕਿਸਾਨਾਂ ਨੇ ਬੜੀ ਸਖਤ ਮਿਹਨਤ ਕਰਕੇ ਭਰਤੇ ਤਾਂ ਅੱਜ ਸਰਕਾਰਾਂ ਉਹਨਾਂ ਦੀ ਅਨਾਜ ਲੈਣ ਤੋਂ, ਉਹਨਾਂ ਦੀਆਂ ਫਸਲਾਂ ਲੈਣ ਤੋਂ ਕਾਨਾਕਾਨੀ ਕਰ ਰਹੀ ਹੈ, ਜਿਹੜੇ ਕਿ ਇਹ ਇਸ ਤਰ੍ਹਾਂ ਝੂਠੇ ਵਾਅਦੇ ਕਰਕੇ ਜਿਵੇਂ ਖਹਿਰਾ ਸਾਹਿਬ ਨੇ ਆਖਿਆ ਕਿ GST ਹੈ ਜਿਹੜੀ ਉਹ ਕਹਿੰਦੇ ਸੀ ਤੁਹਾਨੂੰ ਵਾਪਸ ਕਰਿਆ ਕਰਾਂਗੇ। ਅੱਜ ਤੱਕ ਸਰਕਾਰ ਨੇ, ਪੰਜਾਬ ਸਰਕਾਰ ਨੂੰ GST ਵਾਪਸ ਨਹੀਂ ਕੀਤੀ ਤੇ ਕਿਸਾਨਾਂ ਦਾ ਪੈਸਾ ਤਾਂ ਕਿੱਥੋਂ ਵਾਪਸ ਕਰਨਾ ਹੈ? ਇੱਕ 3-3 4-4 ਕਿੱਲੇ ਵਾਲਾ ਕੱਲਾ ਕਿਸਾਨ ਕਿੱਥੇ ਲੜ ਲੂਗਾ? ਇਸ ਲਈ ਜਦੋਂ ਸਰਕਾਰ ਦੀ ਗੱਲ ਨਹੀਂ ਮੰਨਣ ਨੂੰ ਤਿਆਰ ਸਰਕਾਰ, ਪੰਜਾਬ ਸਰਕਾਰ ਨੂੰ GST ਬੜੇ ਖਜ਼ਾਨਾ ਮੰਤਰੀ ਗੇੜੇ ਮਾਰਦੇ ਨੇ, ਬੜੇ ਹਾੜੇ ਕੱਢਦੇ ਨੇ ਕਿ 6500 ਕਰੋੜ ਰੁਪਇਆ ਜਿਹੜਾ ਸਾਡਾ GST ਹੈ ਉਹ ਸਾਨੂੰ ਦੇ ਦਿਓ, ਅਸੀਂ ਪੰਜਾਬ ਨੂੰ ਚਲਾ ਲਈਏ ਤੇ ਉਹ ਉਹਨਾਂ ਦੇ ਜੂ ਨਹੀਂ ਸਰਕਦੀ। ਇਸ ਲਈ ਅੱਜ ਲੋੜ ਹੈ ਕਿ ਆਪਾਂ ਇਕੱਠੇ ਹੋਈਏ, ਸਾਰੇ ਕਿਸਾਨ, ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਦਾ ਸਮਰਥਨ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ, ਕਿਸਾਨੀ ਨੂੰ ਬਚਾਉਣ ਵਾਸਤੇ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਈਏ। ਇਹਨਾਂ ਕਹਿੰਦਾ ਹੋਇਆ ਮੈਂ ਫਿਰ ਧੰਨਵਾਦ ਕਰਦਾ ਸਾਰੇ ਇਸ ਸਾਡੇ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਬੜੇ ਤਕੜਾ ਸੰਘਰਸ਼ ਲਿਖਿਆ, ਅਸੀਂ ਉਹਦੇ ਦੇ ਨਾਲ ਹਾਂ। ਧੰਨਵਾਦ ਜੀ। ਜਿਸ ਤਰ੍ਹਾਂ ਜਗਦੇਵ ਜੀ ਨੇ ਦੱਸਿਆ ਕਿ ਇਹ ਸਾਰੇ ਕਾਲੇ ਕਾਨੂੰਨ ਜਿਹੜੇ ਨੇ ਪ੍ਰਚਾਰ ਕਰ ਰਹੀ ਹੈ ਬੀਜੇਪੀ ਕਿ ਬਹੁਤ ਅਸੀਂ ਫ੍ਰੀ ਓਪਨ ਮਾਰਕੀਟ ਕਰਕੇ ਬੜਾ ਫਾਇਦਾ ਦੇਵਾਂਗੇ। ਮੈਂ ਕਹਿਣਾ ਚਾਹੁੰਦਾ ਕਿ ਇਹ ਫ੍ਰੀ ਮਾਰਕੀਟ ਦਾ ਐਕਸਪੈਰੀਮੈਂਟ ਸਾਰੀਆਂ ਵੈਸਟਰਨ ਕੰਟਰੀਜ਼, ਸਾਰਾ ਯੂਰਪ ਔਰ ਅਮਰੀਕਾ ਦੇ ਸਮੇਤ ਕਰ ਚੁੱਕੇ ਨੇ, ਅੱਜ ਤੋਂ ਕਈ ਦਹਾਕੇ ਪਹਿਲਾਂ ਕਰ ਚੁੱਕੇ ਨੇ। ਉੱਥੇ ਵੀ ਇਹ ਫੇਲ ਹੋ ਚੁੱਕਾ ਇੱਕ ਮਾਡਲ ਜਿਹੜਾ ਫ੍ਰੀ ਓਪਨ ਮਾਰਕੀਟ ਦਾ ਹੈ। ਇਸ ਲਈ ਇਹ ਸਾਰੇ ਕਾਨੂੰਨ ਜਿਹੜੇ ਵਾਪਸ ਲੈਣੇ ਚਾਹੀਦੇ। ਮੈਂ ਬੇਨਤੀ ਕਰੂੰ ਅੰਤ ਵਿੱਚ MLA ਪਿਰਮਲ ਸਿੰਘ ਖਾਲਸਾ ਭਦੌੜ ਕੇ ਉਹ ਆਉਣ ਵਾਲੇ ਥੋੜਾ ਜਿਹਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ। ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ ਤੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ। ਸੋ ਜਿਸ ਤਰ੍ਹਾਂ ਕਿ ਦੱਸਿਆ ਕਿ ਅੱਜ ਕਿਸਾਨੀ ਜੋ ਸਾਰੀ ਉਹ ਸੜਕਾਂ ਤੇ ਉਤਰੀ ਹੋਈ ਆ, ਉਹਦਾ ਕਾਰਨ ਹੈ ਕਿ ਕੇਂਦਰ ਦੀ ਸਰਕਾਰ ਨੇ ਕਿਸਾਨ ਵਿਰੋਧੀ, ਖੇਤੀ ਵਿਰੋਧੀ ਜਿਹੜੇ ਆਰਡੀਨੈਂਸ ਪਾਸ ਕਰਕੇ ਕਾਨੂੰਨ ਬਣਾਇਆ। ਸੋ ਇਹ ਕੋਈ ਪਹਿਲਾ ਕਦਮ ਨਹੀਂ, ਇਸ ਤੋਂ ਪਹਿਲਾਂ ਵੀ ਸੂਬਿਆਂ ਦੇ ਹੱਕਾਂ ਤੇ ਹਮੇਸ਼ਾ ਉਹ ਡਾਕਾ ਮਾਰਦੀਆਂ ਆਈਆਂ ਨੇ ਸੈਂਟਰ ਦੀਆਂ ਸਰਕਾਰਾਂ। ਸੋ ਇੱਕ ਹੋਰ ਇਹ ਸੂਬਿਆਂ ਦਾ ਜਿਹੜਾ ਹੱਕ ਆ, ਜਿਹੜੇ ਹਕੂਕ ਜਿਹੜੇ ਉਹ ਖੋਏ ਜਾ ਰਹੇ ਨੇ। ਸੋ ਇਹਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਔਰ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਖਹਿਰਾ ਸਾਹਿਬ ਨੇ ਅਪੀਲ ਕੀਤੀ ਆ, ਉਸੇ ਤਰ੍ਹਾਂ ਅਸੀਂ ਵੀ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ, ਕੈਪਟਨ ਸਰਕਾਰ ਨੂੰ ਕਿ ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦ ਕੇ ਇਹਨੂੰ ਰੱਦ ਕੀਤਾ ਜਾਵੇ ਕਾਨੂੰਨ ਨੂੰ। ਇਸ ਨੂੰ ਪਹਿਲਾਂ ਵੀ ਜਿਹੜਾ ਵਿਰੋਧੀ ਮਤਾ ਪਾਇਆ ਗਿਆ ਸੀ ਉਹਦੀ ਸਾਰੇ ਦੀ ਅਸੀਂ ਹਮਾਇਤ ਕੀਤੀ ਔਰ 117 MLAs ਨੇ ਸਾਰਿਆਂ ਨੇ ਉਹਦੇ 'ਚ ਜਿਹੜਾ ਸਪੋਰਟ ਕੀਤੀ ਸੀ ਉਸ ਦੀ ਮਤੇ ਦੀ ਔਰ ਕੇਂਦਰ ਨੂੰ ਭੇਜੇਗਾ। ਪਰ ਉਸ ਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਇਹ ਕਾਨੂੰਨ ਜਿਹੜਾ ਪਾਸ ਕੀਤਾ ਗਿਆ, ਕਿਸਾਨ ਜਥੇਬੰਦੀਆਂ ਦੇ ਰੋਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸੋ ਇਹਦੇ ਵਿੱਚ ਜਿੱਥੇ ਕਿਸਾਨ, ਮਜ਼ਦੂਰ, ਸਾਰੇ ਲੋਕ, ਸਾਰਾ ਪੰਜਾਬ ਸੜਕਾਂ ਤੇ ਉਤਰਿਆ ਹੋਇਆ। ਸੋ ਅਸੀਂ ਵੀ ਇਹ ਫੈਸਲਾ ਕੀਤਾ ਗਾ, ਪਹਿਲਾਂ ਵੀ ਵਿਰੋਧ ਕਰਦੇ ਆਏ ਕਿ ਹੁਣ ਅਸੀਂ ਜ਼ਮੀਨੀ ਪੱਧਰ ਤੇ ਉਤਰ ਕੇ ਅਸੀਂ ਇਸ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ। ਅਸੀਂ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ
ਹੈੱਡਕੁਆਟਰਸ ਤੇ ਡਿਸਟ੍ਰਿਕਟ ਹੈੱਡਕੁਆਟਰਸ ਤੇ ਕੱਲ ਜੰਡਿਆਲੇ ਤੋਂ ਸ਼ੁਰੂ ਕਰਦੇ ਡਿਸਟ੍ਰਿਕਟ ਹੈੱਡਕੁਆਟਰਸ ਤੇ ਅਸੀਂ Assembly ਹਲਕਿਆਂ 'ਚ ਵੀ। ਜਿਹੜਾ ਇਹ ਪੰਜਾਬ ਆਪਣੀ ਸੈਂਟਰ ਦੀ ਸਰਕਾਰ ਦੇ ਜਿਹੜੇ ਪੁਤਲੇ ਫੂਕੇ ਜਾਣਗੇ, ਰੋਸ ਜ਼ਾਹਿਰ ਕੀਤਾ ਜਾਊਗਾ। ਕੱਲ ਜੰਡਿਆਲਾ ਗੁਰੂ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਉਸ ਤੋਂ ਬਾਅਦ ਸਮਾਣਾ, ਪਟਿਆਲਾ 26 ਤਰੀਕ ਨੂੰ, ਉਸ ਤੋਂ ਬਾਅਦ ਲਗਾਤਾਰ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਅਸੀਂ ਸਾਰੇ ਹਮਖਿਆਲੀ ਜਿਹੜੇ ਆਗੂ ਨੇਗੇ, ਚਾਹੇ ਡਾਕਟਰ ਧਰਮਵੀਰ ਗਾਂਧੀ ਨੇ, ਸੁੱਚਾ ਸਿੰਘ ਛੋਟੇਪੁਰ ਨੇ, ਅਸੀਂ ਐਮਐਲਏਜ਼ ਹੈਗੇ ਜਾਂ ਹੋਰ ਚਾਹੇ ਪ੍ਰਵਿੰਦਰ ਢੀਂਡਸਾ ਸੀ, ਉਹਨਾਂ ਤੱਕ ਵੀ ਪਹੁੰਚ ਕਰਾਂਗੇ ਕਿ ਜਿੰਨੀਆਂ ਵੀ ਹਮਖਿਆਲੀ ਜਿਹੜੀ ਲੀਡਰਸ਼ਿਪ ਨੂੰ ਇਕੱਠਾ ਕਰਕੇ ਅਸੀਂ ਜ਼ਮੀਨ ਪੱਧਰ ਤੇ ਉਤਰ ਕੇ ਅਸੀਂ ਇਸ ਕਾਨੂੰਨ ਦਾ ਵਿਰੋਧ ਕਰਾਂਗੇ ਔਰ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜਾਂਗੇ। ਇੰਨਾ ਕਹਿੰਦਾ ਹੋਇਆ ਮੈਂ ਮਾਈਕ ਜਿਹੜਾ ਉਸ ਖਹਿਰਾ ਸਾਹਿਬ ਨੂੰ ਦਿੰਦਾ। ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਸ਼ੁਕਰੀਆ। ਲਾਸਟ ਇੱਕ ਗੱਲ ਕਹਿਣੀ ਹੈ ਕਿ ਜਿਹੜਾ ਪਿਰਮਲ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਜ਼ਮੀਨ ਦੇ ਉੱਤੇ ਜਾ ਕੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਕਿਉਂਕਿ ਉਹਨਾਂ ਦਾ ਇੱਕ ਉਹ ਪੋਲੀਟੀਕਲ ਲੀਡਰਸ਼ਿਪ ਨੂੰ ਐਂਟਰਟੇਨ ਨਹੀਂ ਕਰਦੇ, ਉਹ ਆਪਣਾ ਕੰਮ ਕਰ ਰਹੇ ਨੇ। ਅਸੀਂ ਸਪੋਰਟ ਕੀਤੀ, ਜਿੱਦਾਂ ਜਗਦੇਵ ਜੀ ਨੇ ਕਿਹਾ ਕਿ ਅਸੀਂ 25 ਤਰੀਕ ਦੇ ਉਹਨਾਂ ਦੇ ਪੰਜਾਬ ਬੰਦ ਜਾਂ ਪੰਜਾਬ ਚੱਕਾ ਜਾਮ ਦੀ 100% ਸਪੋਰਟ ਕਰਦੇ ਹਾਂ। ਪਰ ਆਪਣੇ ਤੌਰ ਤੇ ਅਸੀਂ ਯਤਨ ਕਰਾਂਗੇ ਕਿ ਜਿਹੜੀਆਂ ਗੈਰ ਕਾਂਗਰਸੀ ਤੇ ਗੈਰ ਅਕਾਲੀ ਬੀਜੇਪੀ ਪਾਰਟੀਆਂ ਨੇ, ਉਹਨਾਂ ਸਾਰਿਆਂ ਨੂੰ ਸੱਦਾ ਦੇਵਾਂਗੇ ਕਿ ਇਕੱਲੇ ਕਰਨ ਨਾਲੋਂ ਆਓ ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ। ਇਸ ਸਿਲਸਿਲੇ ਵਿੱਚ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਯਤਨ ਕਰਾਂਗੇ ਕਿ ਇਹਨਾਂ ਦੀ ਇੱਕ ਮੀਟਿੰਗ ਕਰਕੇ ਤੇ ਇੱਕ ਸਾਂਝਾ ਆਪੋਜੀਸ਼ਨ ਦਾ ਇੱਕ ਜਿਹੜਾ ਹੈਗਾ ਵਾ ਉਹ ਪਲੇਟਫਾਰਮ ਕ੍ਰੀਏਟ ਕਰਕੇ ਅਸੀਂ ਪੰਜਾਬ ਦੇ ਵਿੱਚ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਸਕੀਏ। ਧੰਨਵਾਦ। ਅਗਰ ਕੋਈ ਤੁਸੀਂ ਗੱਲ ਕਹਿਣਾ ਚਾਹੁੰਦੇ ਤਾਂ ਪਲੀਜ਼ ਆਸਕ ਇਫ ਯੂ ਕੈਨ। ਆਫ ਕੋਰਸ ਜਿਹੜੀਆਂ ਵੀ ਗੈਰ ਕਾਂਗਰਸੀ ਔਰ ਗੈਰ ਅਕਾਲੀ ਬੀਜੇਪੀ ਸਭ ਨਾਲ ਯਤਨ ਕਰਾਂਗੇ। ਉਹਨਾਂ ਨੇ ਆਉਣਾ ਜਾਂ ਨਹੀਂ ਆਉਣਾ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ। ਸਰ, ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੀਡਰਾਂ ਤੇ ਯਕੀਨ ਚੱਕਿਆ ਜਾ ਰਿਹਾ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ